ट्रू मुस्लिम साहब की हाल ने ਅੱਜ ਮੈਂ 3 ਹਵਾਲੇ ਰਿਕਾਰਡ ਕਰਾਏ ਨੇ ਅਲਹਮਦੁਲਿਲਾ। ਤੇ ਮੈਂ ਕਿਹਾ ਵੀ ਇਹ ਹਵਾਲੇ ਰਿਕਾਰਡ ਕਰ ਲਓ ਤੇ ਉੱਥੇ ਮਰਜ਼ਾਈ ਬੈਠੇ ਨੇ ਟੋਕਰੇ 'ਚ ਪਾ ਕੇ, ਜਿਵੇਂ ਰੰਗ ਬਰੰਗੇ ਚੂਚੇ ਨਹੀਂ ਹੁੰਦੇ, ਇੱਕ ਟੋਕਰੇ 'ਚ ਪਾਏ ਨੇ ਰੰਗ ਬਰੰਗੇ ਚੂਚੇ, ਲੈ ਲਓ ਚੂਚੇ, ਲੈ ਲਓ ਚੂਚੇ ਆ ਗਏ। ਉਹ ਇੱਕ ਬਰਾੜ ਹੈ, ਪਤਾ ਨਹੀਂ ਹਾਦੀ ਕਿ ਕੀ ਨਾ ਉਹਦੀ ਬਰਾੜ ਤੇ ਸਾਰੇ ਇਕੱਠੇ ਹੋ ਕੇ ਤੇ ਬੈਠੇ, ਕਮਾਲਾਤ ਤੇ ਦੂਜਾ ਕੀ ਨਾ ਹੈ ਮੀਰ ਸਲੀਮ ਤੇ ਪਤਾ ਨਹੀਂ ਜਵਾਦ ਤੇ ਲੱਟਾ ਪੱਟਾ ਸਾਰਾ ਉੱਥੇ ਹੀ ਲੇਲੀ ਪਾਪੜਾ ਇਕੱਠਾ ਹੋਇਆ। ਉਹ ਵੀ ਆਂਦੇ ਨੇ ਵੀ ਸਵਾਲ ਕਰ ਲਓ ਆ ਕੇ ਜਿੰਨੇ ਕਰਨਾ, ਪਰ ਫਿਰ ਸਲਾਹ ਕਰਦੇ ਨੇ, ਆਂਦੇ ਨੇ ਤੁਸੀਂ ਕਟਹਿਰੇ 'ਚ ਕਿਉਂ ਖੜੇ ਹੁੰਦੇ, ਤੁਸੀਂ ਕਿਉਂ ਸਵਾਲ ਦਾ ਜਵਾਬ ਦਿੰਦੇ, ਜਿਹੜਾ ਆਵੇ ਉਹਦੇ ਤੇ ਸਵਾਲ ਕਰੋ। ਆਪੂ ਮੋਰਚਾ ਲਾ ਕੇ ਬੈਠੇ ਨੇ ਤੇ ਆਂਦੇ ਨੇ ਜਿਹੜਾ ਆਵੇਗਾ ਉਹਦੇ ਤੇ ਅਸੀਂ ਸਵਾਲ ਕਰਾਂਗੇ। ਉਹ ਭਾਈ ਅੱਲਾ ਐਡੀ ਕਮਜ਼ੋਰੀ ਮਰਜ਼ਾਈਆਂ ਦੀ। ਮੈਂ ਕਿਹਾ ਵੀ ਮਿਰਜ਼ਾ ਕਾਦੀਆਨੀ ਦਾ ਕਲਾਮ ਮੈਂ ਪੜਨ ਲੱਗਾ, ਸੁਣ ਲਿਓ ਤੇ ਨੋਟ ਕਰ ਲਿਓ ਟਰੂ ਮੁਸਲਿਮ ਸਾਹਿਬ ਤੁਸੀਂ ਵੀ। ਠੀਕ ਹੈ। रूहानी खजाइन दी जिल्द 18 है ते सफा 477 477 ਤੇ 478। ਠੀਕ ਹੈ। ਹਾਂਜੀ 477 ਤੇ 478। 477 ਤਾਂ 478। ਹਾਂਜੀ ਫਾਰਸੀ ਦਾ ਕਲਾਮ ਹੈ ਤੇ ਤਰਜਮਾ ਸਿਰਫ ਮੇਰੇ ਕੋਲ ਹੈ, ਉੱਥੇ ਛੜਾ ਕਲਾਮ ਹੀ ਹੋਵੇ ਤਾਂ ਲਿਖਿਆ। ਉਹ ਤਰਜਮਾ ਜਿਹੜਾ ਮੈਂ ਬੋਲਾਂਗਾ ਇਹਨੂੰ ਭਾਵੇਂ ਨੋਟ ਕਰ ਲਓ ਭਾਵੇਂ ਰਿਕਾਰਡ ਕਰ ਲਓ। ਇਹ ਤਰਜਮਾ ਕਿੱਥੋਂ ਮਿਲੇਗਾ ਇਹ ਆਮ ਬੰਦੇ ਨੂੰ, ਸਾਨੂੰ? ਮੈਨੂੰ ਮੈਂ ਕਰ ਦਿਆਂਗਾ ਤੁਹਾਨੂੰ WhatsApp ਤੇ ਕਰ ਦਿਆਂਗਾ ਨਾ, ਨਹੀਂ ਤੇ ਰਿਕਾਰਡ ਕਰ ਲਓ। आंच मन बशनोम जवही खुदा बखुदा पाक दानमश ज़खता हम चो कुरान मुनज़्ज़ा अश दानम अज खता हा हम नीस्त ईमानम बाखुदा हस्त ई कलाम मजीद अज दहान खुदाए पाको वहीद। ए जरा आखिरी में 2 मिसरे पढ़े ने ना, अज खता हा नहीं, जड़ा आखिरी पढ़िया बखुदा हस्त ई कलाम मजीद आज दहान खुदाए पाक वहीद। एदा तर्जमा है वे कि ये जड़ा कलाम है बखुदा हस्त ई कलाम मजीद। बखुदा दा तो मतलब समझ दियो ना जी जी, अल्लाह गवाह है, अल्लाह दी कसम है, ये कलाम मजीद है आज दहान खुदाए पाक वहीद। खुदाए पाक वहीद दे मुंह च निकलिया, ये वो कलाम मजीद है जेड़ा खुदाए पाक और यकता दे मुंह चो निकले कलाम। कसम खा के मिर्जा कादियानी कह रहे। ठीक है। दूसरा हवाला है वे हकीकतुल वही दा 220 सफ़ा 22वीं जिल्द दा। ਉੱਥੇ ਤੋਂ ਥੋੜਾ ਜਿਹਾ ਰੋਸ਼ਨੀ ਪਾਓ ਨਾ ਕਿ ਜਿਹੜਾ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਕਲਾਮ ਹੈ ਇਹ ਅੱਲਾਹ ਤਾਲਾ ਦੇ ਮੂੰਹ ਤੋਂ ਨਿਕਲਿਆ। ਇਹ ਕਲਾਮ ਕਿਹੜਾ ਹੈ, ਮਤਲਬ ਕਿਹੜੀ ਗੱਲ ਹੈ, ਕਿਹੜੀ ਚੀਜ਼ ਹੈ? ਇਹ ਜਿਹੜਾ ਕਲਾਮ ਉਹ ਕਹਿੰਦਾ ਕਿ ਅੱਲਾਹ ਦੇ ਮੂੰਹ ਚ ਨਿਕਲਿਆ, ਉਹ ਇਹ ਚੀਜ਼ ਹੈ। पट्टी पुट्टी गई है, वल्ला वल्ला सीधा होया ओला। लाहौर भी एक शहर हुआ करता था, पेट फट गया, लाहौर में एक बेशर्म रहता है, इस कुत्ते का आखिरी दम है, वल्ला वल्ला सीधा होया ओला, ऑपरेशन बलातूस पलातूस पड़ातूस। ए कलाम है कहंदा अल्लाह दे मुंह च निकले। ਅੱਛਾ, ਯਾਨੀ ਕਿ ਉਹ ਦੱਸ ਰਹੇ ਨੇ ਕਿ ਇਹ ਜਿਹੜੀਆਂ ਗੱਲਾਂ ਨੇ ਇਹ ਅੱਲਾਹ ਤਾਲਾ ਦੇ ਮੂੰਹ ਤੋਂ ਨਿਕਲੀਆਂ ਨੇ, ਅੱਲਾਹ ਤਾਲਾ ਦਾ ਕਲਾਮ ਹੈ, अल्लाह ताला दा कलाम है। ਇਹਨਾਂ ਗੱਲਾਂ ਨੂੰ ਮਨਸੂਬ ਕਰਕੇ ਕਹਿ ਰਹੇ ਨੇ। जी जी जी। ਇਹਨਾਂ ਦੇ ਬਾਰੇ रूहानी खजाइन दी 22वीं जिल्द सफ़ा 220 ਸਿੱਧਾ ਹੀ 22वीं जिल्द ਤੇ 220 ਸਫਾ। ਉਹਦਾ ਮਤਲਬ ਇਹ ਹੁੰਦਾ ਹੈ, ਅੱਛਾ ਸਹਿਲ ਭਾਈ ਮੈਂ ਦੇ ਰਹੀ, ਉਹਦਾ ਮਤਲਬ ਇਹ ਹੁੰਦਾ ਹੈ ਵੀ 220 ਜਿਹੜਾ 22 ਦੇ ਅੱਗੇ ਸਿਫਰ ਹੀ ਲਾਣਾ ਤੇ 220 ਹੋ ਜਾਏਗਾ। 22वीं जिल्द ਤੇ 220 ਸਫਾ ਉੱਥੇ ਸਾਫ਼ ਲਿਖਿਆ ਹੈ ਮਿਰਜ਼ਾ ਕਾਦੀਆਨੀ ਨੇ। अच्छा मैं देखना सवाल साहिल भाई, ठीक देख लो। उत्ते लिखा मिर्जा कादियानी ने, मैं खुदा ताला की कसम खाकर कहता हूं कि मैं इन इल्हामात पर इसी तरह ईमान लाता हूं जैसा कि कुरान शरीफ पर और खुदा की दूसरी किताबों पर, और जिस तरह मैं कुरान शरीफ को यकीनी और कतई खुदा का कलाम जानता हूं, इसी तरह इस कलाम को भी जो मेरे पर नाजिल होता है खुदा का कलाम यकीन करता हूं। यानी जिस तरह कुरान है उसी तरह है। ये गल क्लियर हो गई है? ਯਾਨੀ ਕਿ ਜਿਸ ਤਰ੍ਹਾਂ ਮਿਰਜ਼ਾ ਸਾਹਿਬ ਦੇ ਉੱਤੇ ਹਿਲਾਮ ਹੁੰਦਾ ਹੈ ਤੇ ਜਿਸ ਤਰ੍ਹਾਂ ਮਤਲਬ ਮੁਸਲਮਾਨ ਕੁਰਾਨ ਦੇ ਉੱਤੇ ਈਮਾਨ ਰੱਖਦਾ ਹੈ ਕਿ ਅੱਲਾਹ ਦੀ ਕਲਾਮ ਹੈ, ਉਹ ਕਹਿੰਦੇ ਨੇ ਮੇਰੇ ਉੱਤੇ ਜਿਹੜੇ ਹਿਲਾਮ ਹੁੰਦੇ ਨੇ ਮੈਂ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਈਮਾਨ ਰੱਖਦਾ ਜਿਸ ਤਰ੍ਹਾਂ ਕੁਰਾਨ ਦੇ ਉੱਤੇ ਰੱਖਦਾ
ਤੇ ਬਾਕੀ ਅਸਮਾਨੀ ਕਿਤਾਬਾਂ ਦੇ ਉੱਤੇ ਰੱਖਦਾ। ਐਗਜ਼ੈਕਟ, ਬਿਲਕੁਲ ਦਰੁਸਤ, ਬਿਲਕੁਲ ਦਰੁਸਤ। ਇਹ ਅਜੇ ਉਹ ਦੋ ਹਵਾਲੇ। ਤੀਸਰਾ ਹਵਾਲਾ ਨੋਟ ਕਰ ਲਓ। 28 ਨਵੰਬਰ 1935 ਅਲ ਫਜ਼ਲ ਅਖਬਾਰ। 28 ਨਵੰਬਰ 1935 ਦਾ ਅਲ ਫਜ਼ਲ ਅਖਬਾਰ। 17 ਨੰਬਰ ਸਫਾ ਨੰਬਰ 17 मोटा लिखे है, बरादरान जमात यानी ए मिर्जाई हजरात, आपको इल्म तो होगा कि जहां हमारे 2 नंबर खलीफा ने 3 साल गुजरे जलसा सालाना पर अहबाब जमात को इनके तज़किया नफ्स के लिए मिर्ज़ा कादियानी के इल्हामात के मजमुआ की बिल इल्तज़ाम तलावत करने की ताकीद फरमाई थी। यानी ए मिर्जाई हजरात, ਤੁਹਾਨੂੰ ਯਾਦ ਤੇ ਹੋਵੇਗਾ ਕਿ ਸਾਡੇ 2 ਨੰਬਰ ਖਲੀਫਾ ਨੇ 3 ਸਾਲ ਪਹਿਲੇ ਜਲਸਾ ਸਾਲਾਨਾ ਦੇ ਉੱਤੇ ਮਿਰਜ਼ਾਈਆਂ ਨੂੰ ਆਪਣੇ ਤਜ਼ਕੀਏ ਨਫਸ ਵਾਸਤੇ ਮਿਰਜ਼ਾ ਕਾਦੀਆਨੀ ਦੇ ਇਲਹਾਮਾਤ ਦੇ ਤਲਾਵਤ ਦੀ ਤਾਕੀਦ ਕੀਤੀ ਸੀ ਕਿ ਇਹਦੀ ਤਲਾਵਤ ਕਰਿਆ ਕਰੋ। ਪੇਟ ਫਟ ਗਿਆ, 2 ਪੁੱਲ ਟੁੱਟ ਗਏ, 2 ਬੱਕਰੀਆਂ ज़िबा हो गई, 2 बकरे ज़िबा होंगे, हैं जी, एकदम से रुखसत हुआ, मातम कदा, इस तरह के ਜਿਹੜੇ ਇਲਹਾਮਾਤ ਨੇ ਇਹਨਾਂ ਦੀ ਬਿਲ ਇਲਤਜ਼ਾਮ ਤਲਾਵਤ ਕਰਨ ਦੀ ਤਾਕੀਦ ਕੀਤੀ। ਬਿਲ ਇਲਤਜ਼ਾਮ, ਰੈਗੂਲਰਲੀ। ਠੀਕ ਹੈ, ਕਹਿੰਦਾ ਹੈ ਕਿ ਇਹਦੀ ਤਲਾਵਤ ਕਰਨੀ ਹੈ ਰੈਗੂਲਰ। ਸਾਡਾ ਹੁਣ ਸਵਾਲ ਇਹ ਵੇ ਜਿਹੜਾ ਸਾਹਮਣੇ ਲੱਗਿਆ, ਇਹ 3 ਹਵਾਲੇ ਜਿਹੜੇ ਮੈਂ ਨੋਟ ਕਰਵਾਏ ਨੇ। 28 ਨਵੰਬਰ ਦਾ 1935 ਦਾ ਅਲ ਫਜ਼ਲ ਅਖਬਾਰ ਸਫਾ 17, जिल्द 22 ਦਾ 220 ਸਫਾ ਰੂਹਾਨੀ ਖਜ਼ਾਇਨ ਦਾ, ਤੇ ਜਿਲਦ 18 ਦਾ 477-78 ਸਫਾ। ਇਹ ਕਲਾਮੇ ਮਜੀਦ ਉਹ ਕਹਿੰਦੇ ਨੇ ਇੰਜ ਹੀ ਹੈ ਜਿਸ ਤਰ੍ਹਾਂ ਮੁਸਲਮਾਨਾਂ ਦਾ ਕੁਰਾਨ ਸ਼ਰੀਫ ਹੈ, ਤੇ ਜਿਸ ਤਰ੍ਹਾਂ ਮੁਸਲਮਾਨ ਉਹਦੀ ਤਲਾਵਤ ਕਰਦੇ ਨੇ ਤੇ ਮੁਸਲਮਾਨ ਸਵੇਰੇ ਉੱਠ ਕੇ ਨਹੀਂ ਪੜ੍ਹਦੇ। والذين يؤمنون بما أنزل إليك وما أنزل من قبلك وبالآخرة هم يوقنون। ਆਮਦੀ ਨਹੀਂ ਆਵਾਜ਼ਾਂ ਘਰਾਂ ਚੋਂ, ਮੁਸਲਮਾਨਾਂ ਦੇ ਘਰਾਂ ਚੋਂ ਸੂਰਾ ਬਕਰਾ ਦੀਆਂ ਕਿਸ਼ਤਾਂ ਲਾਈਆਂ ਹੁੰਦੀਆਂ ਨੇ ਮੁਸਲਮਾਨਾਂ ਨੇ। ਐਸੇ ਤਰ੍ਹਾਂ ਕਿਹਨੂੰ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ, يوم تقلب وجوههم في النار يوم تقلب وجوههم في النار يقولون يا ليتني أطعنا الله وأطعنا الرسول يقولون يا ليتنا أطعنا الله وأطعنا الرسول يوم تقلب وجوههم في النار। क़यामत वाले दिन आखणगे कई बदनसीब कि काश, यकूलून या लैतना, आखणगे ए काश काश ਅਸੀਂ ਅੱਲਾਹ ਤੇ ਅੱਲਾਹ ਦੇ ਰਸੂਲ ਦੀ ਗੱਲ ਮੰਨੀ ਹੁੰਦੀ। ਅਗਰ ਇਹ ਤਲਾਵਤ ਨਹੀਂ ਕਰਦੇ ਤੇ ਇਹ ਤੇ ਮਿਰਜ਼ਾ ਸਾਹਿਬ ਦੇ ਫਰਮਾਨ ਦੀ ਹੀ ਮਤਲਬ ਹੈ ਕਿ ਅਮਲ ਨਹੀਂ ਕਰ ਰਹੇ ਨਾ। ਹਾਂ, ਇਹ ਸਵਾਲ ਹੈ। ਆਪਣੇ ਨਬੀ ਦੀ ਗੱਲ ਨਹੀਂ ਮੰਨ ਰਹੇ ਹੈ, ਨਬੀ ਦਾ ਵੀ ਨਹੀਂ ਹੁਕਮ ਮੰਨ ਰਹੇ ਤੇ ਆਪਣੇ ਮੁਸਲਿਮ ਮੌਦ ਦਾ ਵੀ ਨਹੀਂ ਮੰਨ ਰਹੇ। ਦੋਵਾਂ ਦੀ ਗੱਲ ਦਾ ਇਨਕਾਰ ਹੋ ਜਾਏਗਾ ਨਾ, ਮਸਲਾ ਖੜਾ ਹੋ ਜਾਏਗਾ। ਇਹ ਤੇ ਫਿਰ ਮਿਰਜ਼ਾ ਸਾਹਿਬ ਨੂੰ ਸੱਚੇ ਮੰਨਣ ਵਾਲੇ ਨਹੀਂ ਹੋਏ ਨਾ, ਫਿਰ ਉਹਨਾਂ ਦੀ ਗੱਲ ਹੀ ਨਹੀਂ ਮੰਨ ਰਹੇ। ਆਪਣੇ ਨਬੀ ਦੀ ਹਰ ਗੱਲ ਮੰਨਦੇ ਆ, ਹਰ ਗੱਲ ਉਹਨਾਂ ਦੀ ਜਿਹੜਾ ਸਾਰ ਅੱਖਾਂ ਤੇ ਅਮਲ ਵੀ ਕਰਦੇ ਆ, ਬੇਸ਼ੱਕ ਥੋੜਾ ਕਰਦੇ ਆ, ਲੇਕਿਨ ਅਸੀਂ ਉਹਨਾਂ ਦੀ ਗੱਲ ਤੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰਕੇ ਅਮਲ ਤੇ ਕਰਦੇ ਆ। ਕਮ ਅਜ਼ ਕਮ ਇਨਕਾਰ ਕੋਈ ਨਹੀਂ ਕਰ ਸਕਦਾ। ਹਾਂ, ਇਹ ਹੋ ਸਕਦਾ ਹੈ ਮੰਨੇ ਤੇ ਫਿਰ ਸੁਸਤੀ ਕਰੇ। हाँ, अमल थोड़ा करे, घट करे, कुछ दिन करे, ज्यादा दिन ना करे, यह हो सकता है जी। मैं क्या ਅਸੀਂ ਨਬੀ ਪਾਕ ਦੀ ਗੱਲ ਦੇ ਉੱਤੇ ਅਮਲ ਇਹ ਹੋ ਸਕਦਾ ਹੈ ਕਿ ਅਸੀਂ ਘੱਟ ਕਰਦੇ ਹੋਵਾਂ, ਥੋੜਾ ਕਰਦੇ ਹੋਵਾਂ, ਰੈਗੂਲਰ ਨਾ ਕਰਦੇ ਹੋਵਾਂ, ਲੇਕਿਨ ਅਸੀਂ ਉਹਨਾਂ ਦੀ ਗੱਲ ਦੇ ਉੱਤੇ ਯਕੀਨ ਤੇ ਰੱਖਦੇ ਆ ਨਾ।
ਜੀ 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 ਬਿਲਕੁਲ ਇਨਕਾਰ ਨਹੀਂ ਕੋਈ ਕਰ ਸਕਦਾ। ਨਮਾਜ਼ ਜਿਹੜਾ ਕਿਸੇ ਗੱਲ ਦਾ ਨਹੀਂ ਕਰ ਸਕਦਾ ਕੋਈ। जो नबी पाक ने फरमाया नमाज मेरी अखा की ठंडक है, जेड़ा मुसलमान आखे मैं नहीं पढ़नी, नबी पाक ने फरमाया पर मैं नहीं पढ़नी, वो काफर है। वैसे भी नबी पाक ने फरमाया मन तरक सलात मुतअम्मिदन फकद कफर, जिन्हें अमदन नमाज तरक की थी वो काफर है, उन्हें कुफर किया। ਇੱਕ ਹਦੀਸ ਵੀ ਆਏ ਕਿ ਕੁਫਰ ਔਰ ਈਮਾਨ ਦੇ ਵਿੱਚ ਜਿਹੜੀਆਂ ਦੋ ਚੀਜ਼ਾਂ ਸੈਪਰੇਟ ਕਰਦੀਆਂ ਨੇ ਉਹ ਨਮਾਜ਼ ਹੈ। जी ਯਾਨੀ ਕਿ ਜਿਹੜਾ ਬੰਦਾ ਨਮਾਜ਼ ਪੜ੍ਹਦਾ ਹੈ ਉਹ ਹਾਲਤ ਈਮਾਨ ਵਿੱਚ ਹੈ। ਜਿਹੜਾ ਬੰਦਾ ਹਮੇਸ਼ਾ ਵਾਸਤੇ ਨਮਾਜ਼ ਜਿਹਨੇ ਤਰਕ ਕੀਤੀ ਹੋਈ ਹੈ ਉਹ ਈਮਾਨ ਤੋਂ ਖਾਰਜ ਹੋ ਜਾਣਾ, ਉਹ ਮੁਸਲਮਾਨ ਨਹੀਂ ਰਹਿੰਦਾ। ਐਗਜ਼ੈਕਟਲੀ। ਇਹ ਜਿਹੜੇ ਨੇ ਇਹ ਕਹਿੰਦੇ ਨੇ ਕਿ ਅਸੀਂ ਤਜ਼ਕਰਾ ਦੀ ਤਲਾਵਤ ਦੇ ਉੱਤੇ ਯਕੀਨ ਰੱਖਨੇ ਆ, ਅਸੀਂ ਘਰਾਂ ਦੇ ਵਿਹਲੇ ਹੋ ਕੇ ਕਿਰੇ ਘਰਾਂ ਦੇ ਭਲਕੇ ਘਰਾਂ ਦੇ ਪਰਸੂ ਘਰਾਂ ਦੇ ਸੁਸਤੀ ਹੋ ਗਈ, ਗਫਲਤ ਹੋ ਗਈ, ਕਰ ਨਹੀਂ ਸਕੇ, ਲੇਕਿਨ ਅਸੀਂ ਇਹਦੇ ਤੇ ਮਾਨ ਰੱਖਨੇ ਆ, ਆਪਣੇ ਨਬੀ ਦਾ ਹੁਕਮ ਹੈ ਅਸੀਂ ਜ਼ਰੂਰ ਕਰਾਂਗੇ। ਕਹਿੰਦੇ ਨੇ ਕਿਸੇ ਮਰਦਾਈ ਕੋ ਇਹ ਤੇ ਇਸ ਗੱਲ ਦੇ ਉੱਤੇ ਯਕੀਨ ਈਮਾਨ ਹੀ ਨਹੀਂ ਰੱਖਦੇ ਹੋਣੇ। ਹਾਂ ਇਹ ਹੀ ਤੁਸੀਂ ਖਵਾਣਾ ਹੈ ਵੀ ਈਮਾਨ ਰੱਖਦੇ ਹੋ, ਅੱਜ ਨਹੀਂ ਕਰ ਸਕੇ ਕੱਲ ਕਰੋਗੇ, ਚਲੋ ਕੱਲ ਨਹੀਂ ਕਰ ਸਕੇ ਪਰਸੋਂ ਕਰੋਗੇ ਤਲਾਵਤ। ਨਹੀਂ ਅਗਰ ਈਮਾਨ ਯਕੀਨ ਨਹੀਂ ਰੱਖਦੇ ਤਾਂ ਫਿਰ ਸਾਫ਼-ਸਾਫ਼ ਕਹਿ ਦਿਓ ਕਿ ਜਿਹੜਾ ਇਹ ਮਿਰਜ਼ਾ ਸਾਹਿਬ ਨੇ ਐਵੇਂ ਚਵਲ ਮਾਰੀ, ਅਸੀਂ ਇਸ ਗੱਲ ਨੂੰ ਨਹੀਂ ਮੰਨਦੇ, ਨਾ ਅਸੀਂ ਈਮਾਨ ਰੱਖਦੇ ਆ, ਨਾ ਯਕੀਨ ਰੱਖਦੇ ਆ, ਨਾ ਇਹਦੇ 'ਤੇ ਅਮਲ ਕਰਦੇ ਆ, ਨਾ ਇਹ ਖੁਦਾ ਦਾ ਕਲਾਮ ਅਸੀਂ ਮੰਨਦੇ ਹਾਂ। ਹਾਂ ਤੇ ਇੰਝ ਕਹਿ ਦਿਓ। ਹੁਣ ਮਿਰਜ਼ਾ ਸਾਹਿਬ ਨੂੰ ਡਿਫੈਂਡ ਕਰਨ ਵਾਸਤੇ ਕੀ ਹੀਲੇ ਬਹਾਨੇ ਤਲਾਸ਼ ਕਰਨਗੇ। आमिर भाई इन्हां दा काम है ना हुलू लुलू पढ़ के शुरू हो वेना, वल्ला वल्ला सीधा होया वल्ला तेनु उस्तरे अत्तर की शीशी, बीमार बहुत चीखे मारता है। हाँ इन्हां दा काम है ना हुलू लुलू पढ़ के याद करो मिर्जा साहब का कलाम याद करो, बीमार बहुत चीखे मारता है। ते दूजा की दसे तेनु उस्तरे अत्तर की तीन उस्तरे शीशी। इतर दी शीशी बिल्कुल। ये साहिल भाई दा सवाल है, फिर रेल सब तो देने मौका। साहिल भाई दा नादिर सवाल शाह है, कहाँ गया? 2 बंदे लाहौर भेजे जाएंगे। नोट करो इन्हों रिकॉर्ड करो, याद करो है सारे इल्हामात ते उन्होंने करके तलावत दसो भी इंज तलावत करने ने। तुसां कोड़ियो अपने कलाम नूं भुल गए हो। ਇਸ ਤਰ੍ਹਾਂ ਦੀਆਂ ਮਤਲਬ ਗੱਲਾਂ ਲਿਖਣ ਵਾਲਾ, ਉਹਨੂੰ ਅੱਲਾ ਦੇ ਕਲਾਮ ਨਾਲ ਮਨਸੂਬ ਕਰਨ ਵਾਲਾ, ਇਸ ਤਰ੍ਹਾਂ ਦੇ ਬੰਦੇ ਨੂੰ ਅਕਾਬਰ ਮੰਨਣਾ, ਇੱਕ ਤਾਂ ਉਹਦੀ ਗੱਲ 'ਤੇ ਅਮਲ ਵੀ ਨਾ ਕਰਨਾ ਤੇ ਉਸ ਦੇ ਨਾਲ ਉਹਨੂੰ ਅਕਾਬਰ ਵੀ ਮੰਨਣਾ, ਇਹ ਜਹਾਲਤ ਨਹੀਂ ਹੈ, ਬੇਵਕੂਫੀ नहीं उत्ते सोने ते सुहागा ए वे कि सर भजदे लगे हमने ते आंदे ने हम कुरान से बात करेंगे आपसे। ओए कुरान नाल गल करनी तू, ਇਹ ਜਿਹੜਾ ਕਲਾਮ ਨਾਜ਼ਲ ਹੋਇਆ ਤੇ ਕਿਨੇ ਕਰਨੀ ਹੈ? ਇਹ ਕਾਹਮਤ ਨਾਜ਼ਲ ਹੋਇਆ ਹੈ, ਐਡਾ ਕੀਮਤੀ ਕਲਾਮ ਜਿਹਦੀਆਂ ਐਡੀਆਂ ਬਰਕਤਾਂ ਤੇ ਐਡੀਆਂ ਉਹਦੀਆਂ ਆਜ਼ਮਤਾਂ ਨੇ, ਇਹਨੂੰ ਕਾਹਨੂੰ ਸਾਡੇ ਲਾ ਕੇ ਰੱਖਿਆ ਜੇ? ਕੱਢੋ ਇਹਨੂੰ ਬਾਹਰ। ਅੱਛਾ ਇਹਨਾਂ ਨੂੰ ਪਤਾ ਚੱਲ ਵੀ ਜਾਂਦਾ ਕਿ ਇਹਨਾਂ ਦੇ ਜਿਹੜੇ ਮਿਰਜ਼ਾ ਸਾਹਿਬ ਨੇ ਉਹਨਾਂ ਨੇ ਗੱਲਾਂ ਐਸੀ ਫਜ਼ੂਲੀਆਤ ਲਿਖੀਆਂ ਹੋਈਆਂ ਨੇ, ਤੇ ਇਹਦੇ ਬਾਵਜੂਦ ਉਹਨਾਂ ਨੂੰ ਮਸੀਹ ਮਊਦ, ਮਹਿਦੀ, ਨਬੀ, ਰਸੂਲ ਮੰਨਦੇ ਨੇ। ਇਹ ਕੀ ਵਜ੍ਹਾ ਹੋ ਸਕਦੀ ਹੈ? ਵਜ੍ਹਾ ਇਹ ਵੇ ਕਿ ਉਹਨਾਂ ਨੇ ਬਜਾਏ ਇਸ ਤੇ ਕਿ ਇਸ ਗੱਲ ਤੇ ਗੌਰ ਕਰਨ ਕਿ ਜਿਹੜੇ ਮੁਸਲਮਾਨ ਖਪਦੇ ਨੇ ਪਏ, ਸਾਡੇ ਨਾਲ ਜ਼ੋਰ ਮਾਰਦੇ ਨੇ ਪਏ, ਉਹ ਸਾਡੀ ਭਲਾਈ ਚਾਹੁੰਦੇ ਨੇ, ਤੇ ਅਸੀਂ ਇਸ ਗੱਲ ਤੇ ਗੌਰ ਤੇ ਕਰੀਏ ਕਿ ਮਿਰਜ਼ਾ ਸਾਹਿਬ ਨੇ ਇਹ ਗੱਲਾਂ ਇਹੋ ਜਿਹੀਆਂ ਕਿਉਂ ਲਿਖੀਆਂ ਨੇ, ਤੇ ਜੇ ਲਿਖੀਆਂ ਨੇ ਤੇ ਕਿਆ ਇਹਨਾਂ ਨੂੰ ਫਾਲੋ ਕਰਨਾ ਚਾਹੀਦਾ ਹੈ? ਬਜਾਏ ਇਹਨਾਂ ਗੱਲਾਂ ਦੇ ਪਤਾ ਕੀ ਸੋਚਦੇ ਨੇ, ਇਸ ਗੱਲ ਦਾ ਜਵਾਬ ਕੀ ਦੇਣਾ ਚਾਹੀਦਾ? ਇਹ ਸਰਕਾਰੀ ਮੁਸਲਮਾਨ ਆ ਗਿਆ, ਮੁੱਲਾ ਆ ਗਿਆ ਨਵਾਂ ਤਰਾਜ਼ ਲੈ ਕੇ, ਇਸ ਸਰਕਾਰੀ ਮੁਸਲਮਾਨ ਨੂੰ ਬਦਤਰੀਨ ਮਖਲੂਕ ਨੂੰ ਮੈਂ ਹੁਣ ਕੀ ਜਵਾਬ ਦੇ? ਇਹ ਜਵਾਬ ਤਲਾਸ਼ ਕਰਦੇ ਨੇ। ਅੱਛਾ ਇਹ ਜਵਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਇਹਨੂੰ ਹਰਾ ਦਈਏ, ਕਿਧਰੇ ਵਿਨ ਨਾ ਹੋ ਜਾਏ, ਤੇ ਕੋਈ ਐਸਾ ਮਤਲਬ ਬੇਤੁੱਕਾ ਬੇਡੰਗਾ ਇਧਰ ਉਧਰ ਦਾ ਜਵਾਬ ਫੜ ਕੇ। ਜਿਸ ਤਰ੍ਹਾਂ ਮਿਰਜ਼ਾ ਸਾਹਿਬ ਕੋਲੋਂ ਇੱਕ ਇਤਰਾਜ਼ ਵਾਲਾ ਸਵਾਲ ਕਿਸੇ ਪੁੱਛਿਆ ਸੀ, ਸਵਾਲ ਨੰਬਰ 6 ਯਾਦ ਹੈ? ਮਿਰਜ਼ਾ ਸਾਹਿਬ ਨੇ ਵਿੱਚ ਥੱਲੇ ਜਵਾਬ ਦਿੱਤਾ ਹੀ ਨਹੀਂ, ਇਧਰ ਉਧਰ ਦੀਆਂ ਗੱਪਾਂ ਪਕੜ ਕੇ ਲਾ ਕੇ 16-17 ਲਾਈਨਾਂ ਲਿਖ ਦਿੱਤੀਆਂ, ਤਾਂ ਜਿਹੜਾ ਮੇਨ ਸਵਾਲ ਸੀ ਉਹ ਉੱਥੇ ਦਾ ਉੱਥੇ ਹੀ ਰਿਹਾ। ਤੇ ਮਿਰਜ਼ਾ ਸਾਹਿਬ ਨੇ ਖਾਨਾ ਪੂਰੀ ਕਰਕੇ ਕਿਹਾ ਜੀ ਇਹ ਜਵਾਬ ਹੈ ਇਹਦਾ। ਇਤਰਾਜ਼ ਕਿਸੇ ਨੇ ਉਠਾਇਆ ਸੀ ਉਹਨਾਂ ਤੇ। ਇਹ ਸਾਹਿਬ ਇਹ ਕਰਦੇ ਨੇ। 2 ਸਫੇ ਸਰ 16-17 ਲਾਈਨਾਂ ਨਹੀਂ, 2 ਸਫੇ ਕਾਲੇ ਕੀਤੇ ਨੇ, ਤੇ ਮੈਂ ਉਹਦੇ ਤੇ 1000 ਯੂਰੋ ਇਨਾਮ ਰੱਖਿਆ ਕਿ ਅਗਰ ਕੋਈ ਬੰਦਾ ਉਹਨੂੰ ਪੜ੍ਹ ਕੇ ਬਿਆਨ ਕਰ ਦੇਵੇ ਕਿ ਸਵਾਲ ਕੀ ਹੈ ਤੇ ਜਵਾਬ ਕੀ ਦਿੱਤਾ ਹੈ, ਤੇ 1000 ਯੂਰੋ ਇਨਾਮ ਦਿੱਤਾ ਜਾਏਗਾ। ਉਹਦੇ ਤਜ਼ਾਦ ਪਾਇਆ ਗਿਆ ਸੀ ਜਿਹੜਾ। ਯਾਰ ਚੁੱਪ ਕਰੋ ਯਾਰ, ਸਾਹਿਲ ਭਾਈ ਨੂੰ ਜਵਾਬ ਦੇ ਲੈਂਦੋ, ਉਹਨਾਂ ਨੂੰ ਗੁੱਸਾ ਸੁਣ ਕੇ ਬਿਮਾਰ ਬਹੁਤ ਚੀਖੇ ਮਾਰਦਾ ਹੈ, ਬਿਮਾਰ ਬਹੁਤ ਚੀਖੇ ਮਾਰ। ਅੱਛਾ ਸਾਹਿਲ ਭਾਈ ਨੇ ਸਵਾਲ ਇੱਕ ਭੇਜਿਆ ਹੈ, ਕਹਿੰਦੇ ਨੇ ਜਿਲਦ 17 ਹੈ ਸਫਾ 292 ਮਿਰਵਾਨੀ ਖਜ਼ਾਇਨ ਦਾ ਉਹਦਾ ਆਸ਼ੀਆ ਹੈ,
ਉਹਦੇ हाशिए ਚ ਉਹਨਾਂ मिर्जा कादियानी ने खुद लिखे है कि इस फिक्रे में, ये मेरे ख्याल फिक्रा उन्हें लिया है तौरात विचों, इस फिक्रे में दानियल नबी बतलाता है कि उस नबी आखिरुल ज़मान के ज़हूर से जो मोहम्मद मुस्तफ़ा सल्लल्लाहु अलैहि वसल्लम है, जब 1290 बरस गुजरेंगे तो वो मसीह मऊद जाहिर होगा, ठीक, और 1335 हिजरी तक अपना काम चलाएगा। यानी 1290 साल गुजरनगे तो मसीह मौत ज़ाहिर हो जाएगा, ते फिर वो 1335 हिजरी तक काम चलाएगा। 1290 तो लैके 1335 तक बंदे ने 45 साल, ठीक है। यानी 14वीं सदी में से 35 बरस बराबर काम करता रहेगा। अब देखो इस पेशगोई में किस कदर तसरीह से मसीह मऊद का ज़माना 14वीं सदी करार दी गई। अब बतलाओ क्या इससे इनकार करना ईमानदारी है? ਇਹ ਉਹਨਾਂ ਦਾ ਕਹਿਣ ਦਾ ਮਤਲਬ। ਹੁਣ ਮਿਰਜ਼ਾ ਸਾਹਿਬ ਨੇ ਤੇ ਅਸਲ ਦੇ ਵਿੱਚ ਤੂੰ 14ਵੀਂ ਸਦੀ ਦੀ ਦਲੀਲ ਘੜੀ ਹੈ, ਠੀਕ ਹੈ, ਜਿਲਦ 17 ਹੈ ਤੇ ਸਫਾ 292 ਉਹਦੇ ਹਾਸ਼ੀਏ 'ਚ ਲਿਖਿਆ ਹੈ। ਅਸਲ ਤੇ ਮਿਰਜ਼ਾ ਸਾਹਿਬ ਨੇ ਇਥੋਂ 14ਵੀਂ ਸਦੀ ਦੀ ਦਲੀਲ ਘੜਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਮਿਰਜ਼ਾਈਅਤ ਉਹ ਗਰੀਬ ਦੀ ਚਾਦਰ ਹੈ। ਸਿਰ ਕੱਜੋ ਤੇ ਪੈਰ ਨੰਗੇ ਹੋ ਜਾਂਦੇ ਨੇ, ਪੈਰ ਕੱਜੋ ਤੇ ਸਿਰ ਨੰਗਾ ਹੋ ਜਾਂਦਾ ਹੈ। यानी जे वो 14वीं सदी की दलील इथों फड़नी है तो फिर मुसीबत है कि 1335 हिजरी तक मिर्जा कादियानी नूं काम चलाना चाहिए सी, जिस तरह उत्थे लिखे है, मेहनत से करेगा 1335 रोज तक। यह अल्फाज उत्ते लिखे ने। तबाह किया जाएगा उस वक्त तक 1290 दिन होंगे, मुबारक है जो इंतजार किया जाएगा और अपना काम मेहनत से करेगा 1335 रोज तक, और तू चला जा आखिर तक है दानियाल और आराम कर, अपने हिस्से पर अखीर पर खड़ा हो। ते ये फिर 1335 की बजाय मिर्जा साहब ते 1326 च मार गए। ये जेड़े 9 साल ने ਇਹਦਾ ਕੀ ਕਰਨਾ है? एने पाड़े कौन मेले। अमर भाई एक नवा मैं इजाद किया जुमला। नहीं ते पहली गल ਇਹ ਵੇ ਕਿ ਦਾਨੀਅਲ ਨਬੀ ਦਾ ਜਿਹੜਾ ਇਹ ਫਰਮਾਨ ਮਿਰਜ਼ਾ ਸਾਹਿਬ ਨੇ ਕੋਟ ਕੀਤਾ ਹੈ, ਇਹ ਬਾਈਬਲ ਦੇ ਵਿੱਚ ਮਿਲਦਾ ਹੈ ਇਸ ਤਰੀਕੇ ਨਾਲ, ਤਰੀਕਾਂ ਪਾ ਕੇ? हाँ नहीं ओ साहिल भाई जेड़ा उन्हें लिखिया ना, ये नबी पाक अलैहिस्सलातु वस्सलाम तो बाद 1290 साल गुजर जाएंगे, ओदे तो मुराद हिजरी है ना, कि नबी पाक तो बाद जेड़े 1290 साल गुजरनगे, यानी नबी पाक दी हिजरत तो बाद। ते ओ जिस तरह अजकल 1441-42 हिजरी चल रहा है ना, ਇਹਦੇ ਤੋਂ ਮੁਰਾਦ ਇਹ ਕਿ ਵੀ ਨਬੀ ਪਾਕ ਤੋਂ ਬਾਅਦ 1442 ਸਾਲ ਗੁਜ਼ਰ ਗਏ। ਉਹ ਹਿਜਰੀ ਤੋਂ ਮੁਰਾਦ ਹਿਜਰੀ ਹੋ ਸਕਦਾ 1326 ਹਿਜਰੀ, 1335 ਹਿਜਰੀ। ਹਾਂ ਤੁਸੀਂ ਇਹ ਸਵਾਲ ਕੀਤਾ ਹੈ ਕਿ ਬਈ ਉਹਨੇ ਰਹਿਣਾ ਤੇ 1335 ਤੱਕ ਸੀ, ਉਹ ਮਰ ਗਿਆ 1326 ਚ, ਤੇ ਪੇਸ਼ਗੋਈ ਹੋ ਗਈ ਝੂਠੀ। ਫਿਰ ਇਹਦਾ ਮਤਲਬ ਹੈ ਕਿ ਇਹ ਦਾਨੀਅਲ ਦੀ ਪੇਸ਼ਗੋਈ ਦੇ ਮੁਤਾਬਕ ਇਹ ਫਿਰ ਉਹ ਨਾ ਹੋਇਆ। ਜੇ ਉਹ ਹੁੰਦਾ ਤਾਂ ਫਿਰ 1335 ਤੱਕ ਜ਼ਿੰਦਾ ਰਹਿੰਦਾ। ਸਿੰਪਲ ਇਜ਼ ਦੈਟ। ਕੀ ਖਿਆਲ ਹੈ? ਹਾਂ ਬਕਸਰ ਭਾਈ, ਮੈਂ ਤੈਨੂੰ ਵੇ ਕਿਹੜੇ ਗਟਰ ਸੁੱਟਣ ਲੱਗਾ ਮੇਰਾ ਪੁੱਤਰ, ਚੱਲ ਗਟਰ ਚ ਚੱਲ। ਗਟਰਾਂ ਦਾ ਕੰਮ, ਗਟਰਾਂ ਜਿਹੜਾ ਨਜਾਸਤ ਦਾ ਕੀੜਾ ਨਹੀਂ ਹੁੰਦਾ, ਉਹਦੇ ਬਾਰੇ ਤੁਹਾਡੇ ਮਿਰਜ਼ਾ ਸਾਹਿਬ ਫਰਮਾ ਕੇ ਗਏ ਨੇ, ਨਜਾਸਤ का कीड़ा नजासत में पैदा होता है, नजासत में ही मर जाता है। ऐसा ही है ना। ਤੇ ਜੇ ਕੋਈ ਇਲਜ਼ਾਮ ਲਗਾਏ ਕਿਸੇ ਦੇ ਉੱਤੇ ਜ਼ਨਾ ਦਾ, ਤੇ ਉਹ ਜ਼ਾਨੀ ਸਾਬਤ ਤਾਂ ਹੀ ਨਹੀਂ ਹੁੰਦਾ ਜੇ ਉਹਦੇ ਬਾਰੇ ਕੋਈ ਮੁਹਕਮ ਗਵਾਹੀ ਮੌਜੂਦ ਹੋਵੇ, ਉਹਦੀ ਬੇਕਸੂਰ ਹੋਣ ਦੀ, ਬੇਗੁਨਾਹ ਹੋਣ ਦੀ। ਜਿਹਦੀ ਕੁਰਾਨ ਵਿੱਚ ਗਵਾਹੀ ਮੌਜੂਦ ਹੈ ਉਹ ਤੇ ਮੁਹਕਮ ਹੈ ਕਿ ਉਹ ਬੇਕਸੂਰ ਹੈ। ਸੈਯਦਨਾ ਯੂਸਫ अलैहिस्सलाम ਤੇ ਇਲਜ਼ਾਮ ਲੱਗਾ, ਲੇਕਿਨ ਕੁਰਾਨ ਨੇ ਉਹਨਾਂ ਨੂੰ ਬਰੀ ਕਰ ਦਿੱਤਾ।
ਉਮੁਲ ਮੋਮਿਨੀਨ ਤੇ ਇਲਜ਼ਾਮ ਲੱਗਾ, ਕੁਰਾਨ ਨੇ ਉਹਨਾਂ ਨੂੰ ਬਰੀ ਕਰ ਦਿੱਤਾ। ਹੁਣ ਤੁਹਾਡੇ ਜਿਹੜੇ 2 ਨੰਬਰ ਖਲੀਫਾ ਤੇ ਇਲਜ਼ਾਮ ਲੱਗਾ ਹੈ, ਉਹਨੂੰ ਕੁਰਾਨ ਤੇ ਰੱਖ ਕੇ ਵੇਖੋ, ਮੈਂ ਕੁਰਾਨ ਚ ਕਿਰਿਆ ਜ਼ਿਕਰ ਉਹਦਾ, ਉਹਨੂੰ ਕੁਰਾਨ ਨੇ ਬਰੀ ਕੀਤਾ। ਆ ਜਾ ਮਾਸੂਮ ਸ਼ਾਹ ਦੀ ਆਈਡੀ ਨਾਲ, ਆ ਜਾ ਮੇਰਾ ਬੇਟਾ, ਆ ਜਾ ਮੇਰਾ ਪੁੱਤਰ, ਨਵੀਂ ਆਈਡੀ ਲੈ ਕੇ ਆ। ਇਹ ਵੀ ਮੈਂ ਗਟਰ ਚ ਸੁੱਟਣੀ ਹੈ, ਫਿਰ ਤੀਜੀ ਆਈਡੀ ਲੈ ਕੇ ਆਵੀਂ ਸੈਫੀ, ਸਾਰੀਆਂ ਆਈਡੀਆਂ ਨਾਲ ਮੇਰਾ ਪੁੱਤਰ ਆ ਕੇ ਭੌਂਕ। ਤੇ ਤੁਹਾਡੇ 2 ਨੰਬਰ ਖਲੀਫਾ ਨੇ ਆਪਣੇ ਉੱਤੇ ਲੱਗਣ ਵਾਲੇ ਇਲਜ਼ਾਮ ਦਾ ਇਹ ਜਵਾਬ ਦਿੱਤਾ ਕਿ ਜਿਹੜਾ ਇਲਜ਼ਾਮ ਮੇਰੇ ਤੇ ਲੱਗਦਾ, ਮੇਰੇ ਅੱਬਾ ਜੀ ਤੇ ਵੀ ਲੱਗਦਾ ਆ। ਲੈ ਜੋ ਇਲਜ਼ਾਮ ਮੇਰੇ ਤੇ ਲੱਗ ਰਿਹਾ ਸੀ, ਇਹ ਮੇਰੇ ਅੱਬਾ ਜੀ ਤੇ ਵੀ ਲੱਗ ਰਿਹਾ ਸੀ। ਸੁਭਾਨ ਅੱਲਾ। ਇਹ ਹੀ ਅੱਗੇ ਮੈਂ ਆਇਆ ਤਾਂ ਮੁਰਸ਼ਦ ਸਾਹਿਬ ਨੇ ਵੀਡੀਓ ਚਲਾਈ ਸੀ, ਜਿਹੜੀ ਕੱਲ੍ਹ ਨੇ ਤੁਹਾਡੀ ਮੰਜੀ ਠਕਵਾਈ, ਜਿਹਨੂੰ 1.5-2 ਸਾਲ ਦਾ ਫਤਾਵਾ ਰਿਜ਼ਵੀਆ ਬੜਾ ਸੌੜਾ ਪੈਂਦਾ ਪਿਆ ਸੀ। ਤਾਂ ਮੈਂ ਵੀ ਆਂਦਾ ਕਿਰੇ ਮੇਰੇ ਕਾਬੂ ਆਵੇਂ ਨਾ, ਤੇ ਮੈਂ ਤੇਰੇ ਕੋਲ ਸੁਣਾ ਫਤਾਵਾ ਰਿਜ਼ਵੀਆ। ਸੈਣੀ ਸਾਹਿਬ ਦੀ ਬਰਾੜ ਤੇ ਇੱਕ ਵਾਰੀ ਇਹਦੇ ਵੱਡੇ ਮੈਂ ਭਰਾ ਨੂੰ ਆਖਿਆ, ਮੈਂ ਕਿਹਾ ਪੜ੍ਹ ਮੇਰੇ ਸਾਹਮਣੇ ਫਤਾਵਾ ਰਿਜ਼ਵੀਆ। ਕਹਿੰਦਾ ਨਹੀਂ ਪੜ੍ਹਨਾ। ਤਲਤ ਮਲਕ ਦੀ ਬਰਾੜ ਤੇ ਮੈਂ ਕਿਹਾ ਪੜ੍ਹ ਮੇਰੇ ਸਾਹਮਣੇ ਬਹਿ ਕੇ ਫਤਾਵਾ ਰਿਜ਼ਵੀਆ। ਕਹਿੰਦਾ ਮੈਂ ਨਹੀਂ ਪੜ੍ਹਨਾ। ਇਹਨੂੰ ਫਿਰ ਸ਼ੌਕ ਸੀ, ਇਹਨੇ ਕਿਹਾ ਮੈਂ ਪੜ੍ਹਨਾ। ਮੈਂ ਕਿਹਾ ਚਲ ਆ ਜਾ ਪੜ੍ਹ। ਹੁਣ ਉਹ ਫੂੜੀਆਂ ਪਈਆਂ ਨੇ ਉੱਥੇ, ਸਫੇ ਮਾਤਮ ਪਿੱਛੀ ਪਈ ਏ ਮਰਜ਼ਈਆਂ ਦੇ ਘਰ, ਆਈਏ ਤਾਂ ਹੀ ਵੈਣ ਪੇ ਹੁੰਦੇ ਨੇ। ਤੇ ਇਸ ਗੱਲੇ ਕਰਕੇ ਉਹ ਫਤਾਵਾ ਰਿਜ਼ਵੀਆ ਚ ਸੌੜਾ ਪਿਆ ਸੀ ਮੇਰਾ ਪੁੱਤਰ। ਤੇ ਉੱਥੇ ਮੈਂ ਜਿਹੜੀ ਗੱਲ ਕੀਤੀ ਹੈ ਨਾ, ਉਹ ਸੁਣੋ ਤੇ ਉਹਨੂੰ ਚੱਸ ਲਓ, ਇੰਜੋਏ ਕਰੋ। ਇਹ ਤੇ ਮੈਂ ਬੰਦ ਕਰਾਈ ਵੀਡੀਓ, ਮੁਰਸ਼ਦ ਨੇ ਲਾਈ ਸੀ ਵੀਡੀਓ ਤੇ ਮੈਂ ਬੰਦ ਕਰਵਾਈ। ਮੈਂ ਆ ਗਿਆ ਤੇ ਮੈਂ ਕਿਹਾ ਚਲੋ ਅਸੀਂ ਆਪ ਹੀ ਗੱਲਬਾਤ ਕਰ ਲੈਂਦੇ। ਜਦੋਂ ਲਾਈਵ ਹੀ ਹਾਜ਼ਰ ਹੋ ਗਏ ਆ ਤੇ ਫਿਰ ਵੀਡੀਓ ਦੀ ਕੀ ਲੋੜ। ਮੈਂ ਉਹਦੇ ਚ ਇਹ ਪਿਆ ਕਹਿੰਦਾ ਸੀ ਕਿ ਜਿਹੜਾ ਪੁੱਤਰ ਆਪਣੇ ਉੱਤੇ ਜ਼ਨਾ ਦੇ ਇਲਜ਼ਾਮ ਲੱਗੇ ਹੋਏ ਨੂੰ ਚੁੱਕ ਕੇ ਆਪਣੇ ਅੱਬੇ ਦੇ ਉੱਤੇ ਸੁੱਟ ਦੇਵੇ, ਉਹ ਲਾਲ ਦਾ ਹੋ ਸਕਦਾ ਹੈ? ਚੱਲ ਸੈਫੀ ਤੂੰ ਹੀ ਦੱਸ ਦੇ ਮਾਸੂਮ ਸ਼ਾਹ ਦੀ ਆਈਡੀ ਨਾਲ, ਜਿਹੜਾ ਪੁੱਤਰ ਆਪਣੇ ਉੱਤੇ ਲੱਗਣ ਵਾਲੇ ਜ਼ਨਾ ਦੇ ਇਲਜ਼ਾਮ ਨੂੰ ਆਪਣੇ ਪਿਓ ਤੇ ਸੁੱਟ ਦੇਵੇ, ਉਹ ਲਾਲ ਦਾ ਹੋ ਸਕਦਾ ਹੈ? ਜਿਹੜਾ ਪਿਓ ਨੂੰ ਨਹੀਂ ਬਖਸ਼ ਰਿਹਾ, ਉਹਨੇ ਬਾਕੀਆਂ ਨੂੰ ਕੀ ਬਖਸ਼ਣਾ ਹੈ? ਆਪਣੇ ਮੁਖਾਲਫਾਂ ਦਾ ਕੀ ਹਾਲ ਕਰੇਗਾ ਉਹ ਹਰਾਮਜ਼ਾਦਾ? ਇਹੋ ਹੀ ਚੌਹਾਨ ਸਾਹਿਬ ਨੇ ਆਖਿਆ ਵੀ ਮਿਰਜ਼ਾ ਸਾਹਿਬ ਦੀ ਸਾਰੀ ਔਲਾਦ ਹਰਾਮਜ਼ਾਦੀ ਸੀ। ਮੈਂ ਉੱਥੇ ਕੋਡ ਐਂਡ ਕੋਡ ਬਿਆਨ ਕਰ ਦਿੱਤਾ ਤੇ ਜਨਾਬ ਉਸ ਦਿਹਾੜੇ ਦੇ ਵੈਣ ਪੇ ਹੁੰਦੇ ਨੇ। ਉਹਨਾਂ ਨੂੰ ਕੀ ਇਤਰਾਜ਼ ਸੀ ਇਸ ਗੱਲ ਤੇ? ਉਹ ਆਂਦੇ ਨੇ ਤਾਰਕ ਚੌਹਾਨ ਦੀ ਗੱਲ ਕਿਉਂ ਕੋਟ ਕੀਤੀ ਆ? ਤਾਰਕ ਚੌਹਾਨ ਕੋਈ ਸਾਡਾ ਖਸਮ ਹੈ? ਬੇਬੇ ਅਕਾਬਰ ਹੈ, ਸਾਡਾ ਕੋਈ ਅਕਾਬਰ ਹੈ? ਹਾਂ। ਨਹੀਂ ਹੋ ਕਿ ਮੈਂ ਤੇ ਮਿਰਜ਼ਾ ਸਾਹਿਬ ਦੀ ਆਪਣੀ ਗੱਲ ਤੋਂ ਇਸਤੰਬਾਤ ਕਰਦੇ ਕਿਹਾ ਕਿ ਜਿਹੜਾ ਸਿੱਧੀ ਰਾਹ ਅਖਤਿਆਰ ਨਾ ਕਰੋ ਹਰਾਮਜ਼ਾਦਾ ਹੁੰਦਾ।